ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. सेखो इमिग्रेशन सर्विसेज, कैलिफोर्निया इमिग्रेशन कंसल्टेंट, रजिस्टर्ड ਅਤੇ बॉन्डेड इमिग्रेशन असिस्टेंस ਦੇ ਨਾਲ सिटीजनशिप, वर्क परमिट, प्रोसेस सर्विस, OCI कार्ड, फैमिली पिटीशन, इंडियन पासपोर्ट, इंडियन वीजा ਅਤੇ नोटरी पब्लिक ਲਈ संपर्क करो। सेखो इमिग्रेशन सर्विसेज, गुरशरण सेखो 22693 हेस्पेरियन बुलेवर्ड, स्वीट 250, हेवर्ड, कैलिफोर्निया। कॉल 5102009988। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਵਕਤ ਆਪਾਂ ਬਠਿੰਡਾ ਸਟੂਡੀਓ ਤੋਂ ਤੁਹਾਡੇ ਨਾਲ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਅਤੇ ਮੇਰੇ ਨਾਲ ਇਸ ਵਕਤ ਹਰਿਆਣਾ ਤੋਂ ਬਲਜੀਤ ਸਿੰਘ ਜੀ ਸਿਰਸਾ ਹੋਰੀ ਜੁੜ ਗਏ ਨੇ। ਬਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਜੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ, ਪਿਛਲੇ 2 ਦਿਨਾਂ ਦੇ ਮੀਂਹ ਨੇ ਗੁਜਰਾਤ ਤੱਕ ਨਰਮੇ ਦੀ ਫਸਲ ਦੀ ਤਬਾਹੀ ਠਾ ਦਿੱਤੀ ਹੈ, ਬਹੁਤ ਭੈੜਾ ਹਾਲ ਕੀਤਾ ਨਰਮੇ ਦਾ। ਕੀ ਸਥਿਤੀ ਹੈ ਜੀ? ਨਰਮਾ ਖਿੜ ਵੀ ਰਿਹਾ, ਬੜੀ ਚਿੰਤਾ ਜਿਹੜੀ ਹੈ ਖੜੀ ਹੋ ਗਈ ਹੈ ਨਰਮਾ ਉਤਪਾਦਕਾਂ ਦੇ ਲਈ। ਜੀ ਬਿਲਕੁਲ, ਪਿਛਲੇ 3 ਦਿਨ ਤੋਂ ਜਿਹੜਾ ਹੈ, ਪਰਸੋਂ ਵੀ ਬਹੁਤ ਜ਼ਿਆਦਾ ਬਾਰਿਸ਼ ਹੋਈ, ਕੱਲ ਫਿਰ ਰੁਕ ਰੁਕ ਕੇ ਹੁੰਦੀ ਰਹੀ, ਅੱਜ ਫਿਰ ਬਾਰਿਸ਼ ਨੇ ਪੂਰਾ ਕਹਿਰ ਢਾ ਰੱਖਿਆ ਹੈ। ਪੂਰਾ ਹਰਿਆਣਾ, ਪੰਜਾਬ, ਆਸ-ਪਾਸ ਦਾ ਸਾਰਾ ਏਰੀਆ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਲਮਗਨ ਹੋਇਆ ਪਿਆ ਹੈ। ਜਿਹੜਾ ਨਰਮੇ ਦੀ ਚੁਗਾਈ ਜਿਹੜੀ ਹੈ ਅੱਜ ਤੋਂ 5-4 ਦਿਨ ਪਹਿਲਾਂ ਸ਼ੁਰੂ ਹੋ ਗਈ ਸੀ, ਉਹ ਸਾਰੀ ਪ੍ਰਭਾਵਿਤ ਹੋਈ ਹੈ ਔਰ ਨਰਮਾ ਬੜੀ ਜਗ੍ਹਾ ਤੇ ਕਰੰਟ ਹੋਇਆ ਹੈ, ਨੁਕਸਾਨ ਕਾਫੀ ਆਂਕਿਆ ਜਾ ਰਿਹਾ ਹੈ। ਅੱਜ ਵੀ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਝੋਨੇ ਵਾਸਤੇ ਤਾਂ ਚਲੋ ਚੱਲ ਜਾਏਗਾ ਕੰਮ, ਲਾਸਟ ਪਾਣੀ ਲੱਗਣਾ ਸੀ, ਲੇਕਿਨ ਜਿਹੜਾ ਨਰਮੇ ਦਾ ਨੁਕਸਾਨ ਹੋਇਆ ਹੈ ਉਹਦੇ ਵਾਸਤੇ ਲੋਕ ਇਹ ਗੱਲ ਕਰ ਰਹੇ ਹੈ ਕਿ ਸਰਕਾਰ ਕੋਈ ਨਾ ਕੋਈ ਮੁਆਵਜ਼ਾ ਅਨਾਉਂਸ ਕਰੇ, ਸਪੈਸ਼ਲ ਗਿਰਦਾਵਰੀ ਅਨਾਉਂਸ ਕਰੇ, ਕਿਉਂਕਿ ਕਈ ਜਗ੍ਹਾ ਤੇ ਪਾਣੀ ਇੰਨਾ ਜ਼ਿਆਦਾ ਖੜਾ ਹੋ ਗਿਆ ਕਿ ਉੱਥੇ ਨਰਮੇ ਦੀ ਨਾ ਤਾਂ ਚੁਗਾਈ ਹੋਣੀ ਹੈ, ਹਾਂ ਬਿਲਕੁਲ ਜੀ, ਤੇ ਨਾ ਉੱਥੇ ਨਰਮਾ ਚੱਲ ਪਾਣਾ, ਸਾਰਾ ਬਾਰਿਸ਼ ਨੇ ਜਲਾ ਦਿੱਤਾ ਹੈ। ਉਹ ਸੜੇ ਹੋਏ ਨਰਮੇ ਨੂੰ ਨਾ ਕਿਸੇ ਨੇ ਲੈਣਾ ਹੈ, ਇਸ ਕਰਕੇ ਉਹਦਾ ਸਪੈਸ਼ਲ ਗਿਰਦਾਵਰੀ ਕਰਕੇ ਇਹਦੀ ਮੰਗ ਕੀਤੀ ਹੈ। ਔਰ ਅੱਜ ਜਿਹੜਾ ਹਰਿਆਣਾ ਦੇ ਕ੍ਰਿਸ਼ੀ ਮੰਤਰੀ ਨੇ JP ਦਲਾਲ, ਉਹਨਾਂ ਨੇ ਕਿਸਾਨਾਂ ਨੂੰ
ਦੇ ਪ੍ਰਤੀਮੰਡਲ ਨੂੰ ਵਿਸ਼ਵਾਸ ਦਿਵਾਇਆ ਅੱਜ ਮਿਲੇ ਚੰਡੀਗੜ੍ਹ ਦੇ ਵਿੱਚ ਕਿ ਤੁਸੀਂ ਨਿਸ਼ਚਿੰਤ ਰਹੋ। ਮੈਨੂੰ ਪਤਾ ਹੈ ਕਿ ਪਿਛਲੇ 15 ਦਿਨਾਂ ਤੋਂ ਲਗਾਤਾਰ ਬਾਰਿਸ਼ ਦਾ ਕਹਿਰ ਤੁਸੀਂ ਝੇਲ ਰਹੇ ਹੋ। ਸਪੈਸ਼ਲ ਗਿਰਦਾਵਰੀ ਅਸੀਂ ਪੂਰੇ ਹਰਿਆਣਾ 'ਚ ਕਰਾਵਾਂਗੇ, ਚਾਹੇ ਕਿਸੇ ਦੀ ਫਸਲ ਦਾ ਬੀਮਾ ਹੋਇਆ ਜਾਂ ਨਹੀਂ ਹੋਇਆ, ਲੇਕਿਨ ਮੁਆਵਜ਼ਾ ਸਭ ਨੂੰ ਮਿਲੇਗਾ। ਜਿਨ੍ਹਾਂ ਦਾ ਬੀਮਾ ਹੋਇਆ ਉਹਨਾਂ ਨੂੰ ਤਾਂ ਬੀਮਾ ਕੰਪਨੀ ਦੇਗੀ, ਜਿਨ੍ਹਾਂ ਦਾ ਬੀਮਾ ਨਹੀਂ ਹੋ ਪਾਇਆ ਕਿਸੇ ਵੀ ਕਾਰਨ ਉਹਨਾਂ ਨੂੰ ਹਰਿਆਣਾ ਸਰਕਾਰ ਆਪਣੀ ਜੇਬ ਤੋਂ ਪੇ ਕਰੇਗੀ। ਜੀ ਜੀ। ਤੇ ਦੂਸਰੀ ਕੀ ਸਥਿਤੀ ਹੈ ਜੀ? ਦੋਨੇ ਮੁੱਖ ਮੰਤਰੀਆਂ ਦੀ ਮੁਲਾਕਾਤ ਹੋਈ ਹੈ, ਚਰਨਜੀਤ ਸਿੰਘ ਚੰਨੀ ਤੇ ਮਨੋਹਰ ਲਾਲ ਖੱਟੜ ਦੀ। ਇਸ ਨੂੰ ਕਿਸ ਤਰ੍ਹਾਂ ਲੈ ਕੇ ਚੱਲ ਰਹੇ ਨੇ ਹਰਿਆਣੇ ਦੇ ਲੋਕ? ਜੀ ਬਿਲਕੁਲ ਦੋਨਾਂ ਦੀ ਮੁਲਾਕਾਤ ਹੋਈ ਹੈ, ਲੇਕਿਨ ਉਹ ਇੱਕ ਕਿਸਮ ਦੀ ਔਪਚਾਰਿਕ ਮੁਲਾਕਾਤ ਸੀ ਵੀ ਪੜੋਸੀ ਸੀਐਮ ਦੇ ਨਾਤੇ। ਮੈਂ ਤਾਂ ਹਰਿਆਣਾ ਦੀ ਰਾਜਨੀਤੀ ਦੀ ਗੱਲ ਕਰਾਂ ਤਾਂ ਇਨੈਲੋ 25 ਸਤੰਬਰ ਦੀ ਆਪਦੀ ਜੀਂਦ ਦੀ ਰੈਲੀ ਨੂੰ ਲੈ ਕੇ ਪੂਰੇ ਜ਼ੋਰ ਸ਼ੋਰ ਨਾਲ ਲੱਗਿਆ ਹੋਇਆ ਹੈ। ਉਹਨਾਂ ਦਾ ਦਾਅਵਾ ਕਰ ਰਹੇ ਨੇ ਕਿ ਹਰਿਆਣਾ ਦੀ ਅੱਜ ਤੱਕ ਸਭ ਤੋਂ ਵੱਡੀ ਰਿਕਾਰਡ ਤੋੜ ਰੈਲੀ ਹੋਏਗੀ, ਆਪਣੇ ਹੀ ਰਿਕਾਰਡ ਇਨੈਲੋ ਬੀਟ ਕਰੇਗੀ। ਉਹ ਆਪਣੇ ਕੋਲ ਲੱਗੇ ਹੋਏ ਨੇ ਔਰ ਉਹਨਾਂ ਦੇ ਵੱਡੇ ਭਾਈ ਅਜੇ ਸਿੰਘ ਚੌਟਾਲਾ ਜਿਹੜੇ ਦੁਸ਼ਯੰਤ ਦੇ ਫਾਦਰ ਨੇ, ਦੋਵੇਂ ਆਪਣੇ ਫਾਦਰ ਤੇ ਵੀ ਉਹਨਾਂ ਨੇ ਕਾਫੀ ਬਲੇਮ ਲਗਾਏ ਨੇ ਔਰ ਇਸ ਤਰ੍ਹਾਂ ਹੀ ਉਹਨਾਂ ਨੇ ਆਪਣੇ ਭਾਈ ਤੇ ਲਗਾਏ ਨੇ ਅਜੇ ਸਿੰਘ ਚੌਟਾਲਾ ਤੇ। ਅਗਰ ਰੈਲੀ ਰਿਕਾਰਡ ਤੋੜ ਕਰਨੀ ਸੀ ਤੇ ਫਿਰ ਬਾਹਰ 200 ਏਕੜ ਦੇ ਗਰਾਊਂਡ 'ਚ ਕਰਨੀ ਸੀ। ਅਨਾਜ ਮੰਡੀ ਦੇ ਵਿੱਚ ਰੈਲੀ ਤਾਂ 10,000 ਤੋਂ ਜ਼ਿਆਦਾ ਲੋਕ ਨਹੀਂ ਆ ਸਕਦੇ, ਇਹ ਸਿਰਫ ਕੋਰੀਆਂ ਗੱਲਾਂ ਹੀ ਨੇ। ਕਾਫੀ ਇੱਕ ਦੂਜੇ ਨੂੰ ਪੂਰਾ ਤਵਾ ਪਰਿਵਾਰ ਜਿਹੜਾ ਹੈ ਲਾ ਰਿਹਾ ਹੈ। ਦੂਜੇ ਪਾਸੇ ਮੈਂ ਕਿਸਾਨਾਂ ਦੀ ਗੱਲ ਕਰਾਂ ਤੇ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਹੈ ਜੀ। ਉਹਨੂੰ ਲੈ ਕੇ ਕਮੇਟੀਆਂ ਬਣਾਈਆਂ ਗਈਆਂ ਨੇ, ਪਿੰਡ ਪਿੰਡ ਜਾ ਕੇ ਅਨਾਉਂਸ ਕੀਤਾ ਜਾ ਰਿਹਾ ਹੈ ਕਿ ਸਾਰੇ ਮੇਨ ਸ਼ਹਿਰ ਦੇ ਨਾਕਾਬੰਦੀ ਕਰਨੀ ਹੈ, ਇੱਕ ਕਿਸਮ ਦੀ ਕੋਈ ਵਹੀਕਲ ਵੀ ਨਹੀਂ ਚੱਲਣ ਦੇਣਾ ਔਰ ਪੂਰਾ ਬਾਜ਼ਾਰ ਸ਼ਾਮ ਤੱਕ ਸਾਰਾ ਬੰਦ ਰਖਵਾਉਣਾ ਹੈ। ਔਰ ਸਰਕਾਰ ਨੂੰ ਇਹ ਬੰਦ ਜਿਹੜਾ ਹੈ ਇੰਨਾ ਸਫਲ ਕਰਕੇ ਦਿਖਾਣਾ ਹੈ ਕਿ ਸਰਕਾਰ 27 ਦਾ ਬੰਦ ਦੇ ਕੇ 28 ਨੂੰ ਬੁਲਾਵੇ ਵਾਸਤੇ ਮਜਬੂਰ ਹੋ ਜਾਏ ਜਾਂ ਕਿਸਾਨਾਂ ਦੀ ਮੰਗਾਂ ਮੰਨਣ ਨੂੰ ਪੂਰੀ ਮਜਬੂਰ ਹੋ ਜਾਏ। ਇੰਨਾ ਇਕੱਠ ਕਰਕੇ ਇੰਨਾ ਏਕਤਾ ਦਾ ਪਰਿਚੈ ਉਹਨਾਂ ਨੂੰ ਦੇਣਾ ਹੈ ਜੀ। ਔਰ ਕਾਫੀ ਪੋਲੀਟੀਕਲ ਪਾਰਟੀਆਂ ਨੇ ਅੱਜ, ਜਿਵੇਂ ਭੁਪਿੰਦਰ ਸਿੰਘ ਹੁੱਡਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਪਾਰਟੀ ਦੇ ਹਾਈ ਕਮਾਨ ਨਾਲ ਗੱਲ ਕਰਕੇ ਇਹਨਾਂ ਦੇ ਬੰਦ ਨੂੰ ਪੂਰਾ ਸਮਰਥਨ ਦੇਵਾਂਗੇ ਔਰ ਕਿਸਾਨਾਂ ਦੀ ਮਦਦ ਕਰਾਂਗੇ ਬੰਦ ਦੇ ਵਿੱਚ ਜੀ। ਬਹੁਤ ਹੋਰ ਕੀ ਖਾਸ ਜੀ? ਹੋਰ ਮੈਂ ਤੁਹਾਨੂੰ ਇਹ ਇੱਕ ਦੋ ਮੰਦਭਾਗੀਆਂ ਘਟਨਾ ਬਾਰਿਸ਼ ਕਰਕੇ ਜਿਹੜੀ ਹੋਈਆਂ ਨੂੰ ਦੱਸਣਾ ਚਾਹਾਂਗਾ। ਸੋਨੀਪਤ ਦੇ ਜਿਹੜਾ ਹੈ ਖਰਖੋਦਾ ਦੇ ਵਿੱਚ ਇੱਕ ਸਕੂਲ ਦੀ ਛੱਤ ਡਿੱਗ ਗਈ ਹੈ। ਅੱਛਾ ਜੀ। ਜਿੱਥੇ 25 ਬੱਚੇ ਬੁਰੀ ਤਰ੍ਹਾਂ ਘਾਇਲ ਹੋ ਗਏ ਆ, ਜਿਨ੍ਹਾਂ ਨੂੰ ਉੱਥੇ ਖਾਨਪੁਰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ। ਉਹ ਬਾਰਿਸ਼ ਕਰਕੇ ਜਿਹੜਾ ਹੈ ਇੱਕ ਦੀਵਾਰ ਸਰਕ ਗਈ ਸੀ ਸਕੂਲ ਦੀ, ਜਿਹਦੇ ਕਰਕੇ ਪੂਰੀ ਛੱਤ ਦੀ ਛੱਤ ਥੱਲੇ ਆ ਪਈ। ਸ਼ੁਕਰ ਹੈ ਅਜੇ ਤੱਕ ਕੋਈ ਜਾਨ ਹਾਨੀ ਨਹੀਂ ਹੋ ਪਾਈ, ਲੇਕਿਨ 5 ਬੱਚੇ ਕਾਫੀ ਸੀਰੀਅਸ ਨੇ ਜਿਨ੍ਹਾਂ ਨੂੰ ਪੀਜੀਆਈ ਜਿਹੜਾ ਹੈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਸੇ ਤਰ੍ਹਾਂ ਬਾਰਿਸ਼ ਕਰਕੇ ਜਿਹੜੀਆਂ ਹੋਰ ਕਈ ਖਬਰਾਂ ਆ ਰਹੀਆਂ ਨੇ, ਕਾਫੀ ਲੋਕਾਂ ਦੀ ਛੱਤ ਡਿੱਗੀ ਹੈ, ਕਿਸੇ ਦਾ ਕੋਈ ਦੀਵਾਰ ਗਿਰੀ ਹੈ। ਜਿਹੜਾ ਹੈ ਫਤਿਆਬਾਦ ਦੇ ਵਿੱਚ ਤਾਂ ਇੰਨਾ ਬੁਰਾ ਹਾਲ ਹੋਇਆ ਹੈ ਕਿ ਦਾਦੀ ਪੋਤੀ ਅੰਦਰ ਸੋ ਰਹੀਆਂ ਸੀ ਤੇ ਉਹ ਦੀਵਾਰ ਉਹਨਾਂ ਦੇ ਉੱਪਰ ਡਿੱਗਣ ਨਾਲ ਦੋਨਾਂ ਦੀ ਡੈਥ ਹੋ ਗਈ ਹੈ। ਇਸ ਤਰ੍ਹਾਂ ਦੀ ਹਰਿਆਣਾ ਦੇ ਵਿੱਚ ਕਈ ਜਗ੍ਹਾ ਤੋਂ ਇਹ ਖਬਰਾਂ ਆ ਰਹੀਆਂ, ਰਿਵਾੜੀ ਤੋਂ ਵੀ ਇਸ ਟਾਈਪ ਦੀਆਂ ਖਬਰਾਂ ਆ ਰਹੀਆਂ, ਕਿਉਂਕਿ ਬਾਰਿਸ਼ ਜਿਹੜੀ ਹੈ ਬਹੁਤ ਜ਼ਿਆਦਾ ਕਹਿਰ ਦੀ ਪਈ ਹੈ। ਨਾ ਬਾਰਿਸ਼ ਪੈਣ ਤੋਂ ਇਲਾਵਾ ਜਿਹੜਾ ਜਲ ਹੈ ਨਾ ਜੀ, ਜਿਹੜਾ ਪਾਣੀ ਹੈ ਉਹ ਜਗ੍ਹਾ ਜਗ੍ਹਾ ਤੇ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਹੈ ਕਿ ਬੜੀਆਂ ਗੱਡੀਆਂ ਜਿਹੜੀਆਂ ਪਾਣੀ ਦੇ ਵਿੱਚ ਫਸੀਆਂ ਹੋਈਆਂ ਨੇ। ਬਹੁਤ ਬੁਰਾ ਹਾਲ ਹੈ, ਸਾਰੇ ਕਾਰੋਬਾਰ ਵੀ ਪ੍ਰਭਾਵਿਤ ਹੋਏ ਨੇ, ਬਾਜ਼ਾਰ ਵੀ ਨਹੀਂ ਲੋਕ ਆ ਪਾ ਰਹੇ ਔਰ ਜਿਹੜੇ ਆਏ ਹੋਏ ਨੇ ਉਹ ਗੱਡੀਆਂ ਫਸਾ ਕੇ ਬੈਠੇ ਨੇ। ਬਾਰਿਸ਼ ਨੇ ਕਾਫੀ ਕਹਿਰ ਢਾਇਆ ਹੈ ਪੂਰੇ ਹਰਿਆਣਾ ਦੇ ਵਿੱਚ ਜੀ ਜੀ ਬੜੀ। ਸੋ ਸਰਕਾਰ ਨੇ ਕੋਈ ਬਾਰਿਸ਼ ਨੂੰ ਲੈ ਕੇ ਕੋਈ ਸਪੈਸ਼ਲ ਗਿਰਦਾਵਰੀ ਜਾਂ ਕੋਈ ਹੋਰ ਆਪਣੇ ਆਪ ਹੀ ਕੀਤੀ ਹੋਵੇ ਮੰਗ ਤਾਂ ਕਿਸਾਨਾਂ ਜੀ? ਜਿਹੜੀਆਂ ਕਿਸਾਨਾਂ ਦੀ ਫਸਲ ਦੀ ਗੱਲ ਹੈ, ਬੀਮੇ ਦੀ ਗੱਲ ਵੀ ਜਿਹੜੀ ਬੀਮਾ ਨਹੀਂ ਹੈ ਉਹਨਾਂ ਨੂੰ ਵੀ ਗਿਰਦਾਵਰੀ ਕਰਾ ਕੇ ਮੁਆਵਜ਼ਾ ਦੇਵਾਂਗੇ। ਦੇਖੋ ਜੀ ਅਨਾਉਂਸਮੈਂਟ ਤਾਂ ਹਰ ਵਾਰੀ ਇਸ ਤਰ੍ਹਾਂ ਦੀ ਕਰ ਦਿੰਦੇ ਨੇ, ਲੇਕਿਨ ਪ੍ਰੈਕਟੀਕਲ ਅਮਲੀ ਜਾਮਾ ਕੋਈ ਨਹੀਂ ਪਹਿਨਾਉਂਦਾ। ਉਸ ਤੋਂ ਉਦੋਂ ਤੱਕ ਲੋਕ ਵੀ ਭੁੱਲ ਜਾਂਦੇ ਨੇ, ਸਾਲ ਬੀਤ ਜਾਂਦਾ ਇਹਨਾਂ ਦੀਆਂ ਇਨਕੁਆਇਰੀਆਂ ਜਿਹੜੀਆਂ ਗਿਰਦਾਵਰੀਆਂ ਹੁੰਦੇ ਹੀ ਔਰ ਮਾਮਲਾ ਫਿਰ ਠੰਡੇ ਦਾ ਠੰਡਾ ਪੈ ਜਾਂਦਾ ਹੈ। ਲੇਕਿਨ ਜਿਹੜੀਆਂ ਸ਼ਹਿਰਾਂ ਦੇ ਵਿੱਚ ਘਟਨਾਵਾਂ ਹੋਈਆਂ ਜਿਵੇਂ ਸਕੂਲ ਦੀ ਘਟਨਾਵਾਂ ਹੈ, ਉਹਦੇ ਤੇ ਅਜੇ ਤੱਕ ਕੋਈ ਪੋਲੀਟੀਕਲ ਬਿਆਨ ਨਹੀਂ ਆਇਆ ਜੀ ਜੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ, ਧੰਨਵਾਦ। ਸੋ ਹੁਣ ਆਪਾਂ ਰੁਕ ਕਰਦੇ ਜੀ ਮੋਗਾ ਫਰੀਦਕੋਟ। ਅਮਨਦੀਪ ਜੀ ਮੇਰੇ ਨਾਲ ਨੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਬਾਬਾ ਫਰੀਦ ਦੇ ਆਗਮਨ ਪੁਰਬ ਸੰਬੰਧੀ ਜੋ ਸਮਾਗਮ ਹੁੰਦੇ ਨੇ ਕਿਸ ਤਰ੍ਹਾਂ ਰਿਹਾ? 3 ਦਿਨ ਸਮਾਗਮ ਚੱਲੇ ਜੀ, ਕਿੰਨੇ ਦਿਨ ਚੱਲੇ ਟੋਟਲ, ਤੇ ਅੱਜ ਸਮਾਪਤੀ ਹੋ ਗਈ ਹੋਏਗੀ? ਬਿਲਕੁਲ ਧੰਨਵਾਲੀਆ ਸਾਹਿਬ, ਇਹਦੀ ਕੀ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਵਾਰ ਵੀ ਜਿਹੜਾ ਬਾਬਾ ਸ਼ੇਖ ਫਰੀਦ ਆਗਮਨ ਪੁਰਬ 51ਵਾਂ ਜਿਹੜਾ ਮਨਾ ਰਹੇ ਸੀਗੇ, ਉਹ ਕਰੋਨਾ ਦੀ ਭੇਟ ਹੀ ਜ਼ਿਆਦਾ ਚੜਿਆ ਜਿਹੜਾ ਹੈਗਾ ਸੀ ਮਹਿਸੂਸ ਕਰ ਰਹੇ ਹਾਂ, ਕਿਉਂਕਿ ਪਿਛਲੇ ਸਾਲ ਤਾਂ ਜਮਾਂ ਹੀ ਕੋਈ ਪ੍ਰੋਗਰਾਮ ਨਹੀਂ ਸੀ ਹੋਇਆ। 2019 ਦਾ ਮੇਲਾ ਲੱਗਿਆ ਹੋਇਆ, 20 ਦੇ ਵਿੱਚ ਕੁਝ ਵੀ ਨਹੀਂ ਹੋਇਆ। ਔਰ ਇਸ ਵਾਰ ਧਾਰਮਿਕ ਸਮਾਗਮ ਇਕੱਲੇ ਜਿਹੜੇ ਹੈਗੇ ਆ ਉਹ ਚੱਲੇ 19 ਤੋਂ ਲੈ ਕੇ 23 ਤਰੀਕ ਤੱਕ ਵੱਖ-ਵੱਖ ਥਾਵਾਂ ਤੇ। ਗੁਰਦੁਆਰਾ ਟਿੱਲਾ ਬਾਬਾ ਫਰੀਦ, ਗੁਰਦੁਆਰਾ ਗੋਦੜੀ ਸਾਹਿਬ, ਉਹ ਜਿਹੜੇ ਹੈਗੇ ਆ ਧਾਰਮਿਕ ਸਮਾਗਮ ਹੈ ਜਿਹੜੇ ਸੁਬਾਹ
ਸ਼ਾਮ ਜ਼ਰੂਰ ਚੱਲੇ ਹੈਗੇ ਆ। ਔਰ ਅੱਜ ਸੁਬਾਹ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਗੁਰਦੁਆਰਾ ਟਿੱਲਾ ਬਾਬਾ ਫਰੀਦ 'ਚ। ਔਰ ਉਸ ਤੋਂ ਬਾਅਦ ਦੁਪਹਿਰੇ ਜਿਹੜੇ ਬਾਬਾ ਫਰੀਦ ਇਮਾਨਦਾਰੀ ਅਵਾਰਡ ਆ ਜਿਹੜਾ ਉਹ ਕੁਮਾਰ ਸੌਰਵ ਰਾਜ ਜੋ ਡਿਪਟੀ ਕਮਿਸ਼ਨਰ ਫਰੀਦਕੋਟ ਰਹੇ ਹੈਗੇ ਆ ਉਹਨਾਂ ਨੂੰ ਦਿੱਤਾ ਗਿਆ ਉਹ। ਔਰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜਿਹੜਾ ਅਵਾਰਡ ਹੈਗਾ ਉਹ ਕੋਈ ਅੰਮ੍ਰਿਤਸਰ ਤੋਂ ਨਹੀਂ, ਰਿਕਸ਼ਾ ਚਾਲਕ ਉਹਨਾਂ ਨੂੰ ਦਿੱਤਾ ਗਿਆ ਹੈਗਾ। ਤਾਂ ਮੈਂ ਦੱਸਣਾ ਚਾਹੂੰਗਾ ਕਿ ਮੇਲੇ ਦੀ ਜਿਹੜੀ ਸਮਾਪਤੀ ਜਿਹੜੀ ਹੋਈ ਹੈਗੀ ਆ ਉਹ ਕੀਰਤਨ ਸਮਾਗਮ ਜਿਹੜਾ ਸੀਗਾ ਗੁਰਦੁਆਰਾ ਟਿੱਲਾ ਬਾਬਾ ਫਰੀਦ ਦੇ ਵਿੱਚ, ਉਸ ਤੋਂ ਉਪਰੰਤ ਆਤਿਸ਼ਬਾਜ਼ੀ ਚਲਾਉਣ ਤੋਂ ਬਾਅਦ ਜਿਹੜੀ ਹੈਗੀ ਆ ਸਮਾਪਤੀ ਜਿਹੜੀ ਹੈਗੀ ਆ ਉਹ ਆਗਮਨ ਪੁਰਬ ਦੀ ਹੋ ਗਈ ਹੈਗੀ ਆ। ਤੇ ਪ੍ਰਸ਼ਾਸਨ ਨੇ ਕੋਈ ਬਾਹਲੀ ਰੁਚੀ ਦਿਖਾਈ ਨਹੀਂ, ਸਿਰਫ ਤੇ ਸਿਰਫ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਵਿੱਚ ਸਰਕਾਰੀ ਛੁੱਟੀ ਕਰਨ ਤੋਂ ਇਲਾਵਾ ਹੋਰ ਕੁਝ ਵੀ ਇਸ ਜਿਹੜਾ ਨੈਸ਼ਨਲ ਫੈਸਟੀਵਲ ਡਿਕਲੇਅਰ ਕੀਤਾ ਹੈਗਾ ਇਹਦੇ ਵਿੱਚ ਕੋਈ ਵੀ ਰੁਚੀ ਨਹੀਂ ਦਿਖਾਈ। ਤੇ ਬਾਕੀ ਕਰੋਨਾ ਕਾਲ 'ਚ ਕਹਿੰਦੇ ਸਿਹਤ ਕਰਮਚਾਰੀ ਰੱਖੇ ਸੀ, ਉਹਨਾਂ ਦਾ ਕੀ ਬਣਿਆ ਜੀ? ਉਹ ਕੀ ਕਰ ਰਹੇ ਨੇ? ਕੱਚੇ ਕਰਮਚਾਰੀ ਰੱਖੇ ਸੀ। ਦੇਖੋ ਮੈਂ ਦੱਸਣਾ ਚਾਹੂੰਗਾ ਕਿ ਆਊਟਸੋਰਸਿੰਗ ਤੇ ਜਿਹੜੇ ਕੱਚੇ ਮੁਲਾਜ਼ਮ ਕਰੋਨਾ ਕਾਲ ਦੇ ਵਿੱਚ ਜਿਨ੍ਹਾਂ 'ਚ ਸਟਾਫ ਨਰਸਾਂ ਹੈਲਪਰ ਉਹ ਰੱਖੇ ਸੀਗੇ ਬਾਬਾ ਫਰੀਦ ਯੂਨੀਵਰਸਿਟੀ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ। ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ, ਸ਼ੱਕ ਨਹੀਂ ਕਿ ਜਿੱਥੇ ਡਾਕਟਰਾਂ ਨੇ ਆਪਦੀ ਅਹਿਮ ਭੂਮਿਕਾ ਨਿਭਾਈ ਆ ਉੱਥੇ ਇਹ ਜਿਹੜੇ ਹੈਲਪਰ ਸੀਗੇ, ਇਹ ਜਿਹੜੀਆਂ ਸਟਾਫ ਨਰਸਾਂ ਸੀਗੀਆਂ, ਇਹਨਾਂ ਨੇ ਆਪਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਹ ਜਿਹੜੀ ਡਿਊਟੀ ਹੈਗੀ ਹੈ ਇਹ ਜਿਹੜੀ ਤਨਦੇਹੀ ਨਾਲ ਨਿਭਾਈ। ਕਿਉਂਕਿ ਅਸੀਂ ਗਰਾਊਂਡ ਜ਼ੀਰੋ ਤੋਂ ਇਹਨਾਂ ਨੂੰ ਵੇਖਦੇ ਰਹੇ ਹਾਂ ਔਰ ਇਹਨਾਂ ਨਾਲ ਵਿਚਰਦੇ ਵੀ ਰਹੇ ਆ। ਕਈਆਂ ਦੇ ਮਰੀਜ਼ਾਂ ਦੇ ਜਿਨ੍ਹਾਂ ਦੀ ਕੇਅਰ ਕਰਦੇ ਹੁੰਦੇ ਸੀ, ਡਿਊਟੀ ਹੁੰਦੀ ਸੀ, ਸਾਨੂੰ ਇਹਨਾਂ ਨਾਲ ਫੋਨ ਤੇ ਗੱਲ ਕਰਨ ਦਾ ਮੌਕਾ ਵੀ ਮਿਲਦਾ ਸੀ ਔਰ ਉਹ ਕੇਅਰ ਵੀ ਕਰਦੇ ਸੀ ਇਹਨਾਂ ਸਾਰੇ ਮਰੀਜ਼ਾਂ ਦੀ। ਤੇ ਉਹ ਹੁਣ ਇਹ ਹੈ ਵੀ ਸਰਕਾਰ ਦਾ ਫੈਸਲਾ ਲਾ ਲਓ ਜਾਂ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹਦਾ ਫੈਸਲਾ ਲਾ ਲਓ ਕਿ ਉਹਨਾਂ ਦੀਆਂ ਜਿਹੜੀਆਂ 30 ਤਰੀਕ ਜਿਹੜੀ ਹੈਗੀ ਆ ਉਹਨੂੰ ਕਹਿ ਦਿੱਤਾ ਗਿਆ ਵੀ 30 ਤਰੀਕ ਤੱਕ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਬੰਦ ਕਰ ਦਿਓ, ਇਹਨਾਂ ਨੂੰ ਕੱਢ ਦਿਓ। ਹੁਣ ਤੇ ਤਕਰੀਬਨ 70 ਤੋਂ 100 ਮੁਲਾਜ਼ਮ ਤਕਰੀਬਨ ਹੈਗਾ ਹੈ ਇਹ ਜਿਹੜਾ ਮਤਲਬ ਧਰਨਾ ਲਾ ਕੇ ਮੈਡੀਕਲ ਹਸਪੀਟਲ ਦੇ ਵਿੱਚ ਬੈਠ ਗਿਆ ਹੈਗਾ। ਔਰ ਵੱਖ-ਵੱਖ ਜਿਹੜੇ ਸਿਆਸੀ ਪਾਰਟੀਆਂ ਦੇ ਆਗੂ ਉਹਨਾਂ ਕੋਲੇ ਆ ਰਹੇ ਹੈਗੇ ਆ। ਪਰ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੂਰਾ ਕਹਿਰ ਸੀ ਕਰੋਨਾ ਦਾ ਤਾਂ ਪੂਰਾ ਪਤਾ ਨਹੀਂ ਸੀ ਹੁੰਦਾ ਕਿ ਹਸਪਤਾਲ ਦੇ ਵਿੱਚ ਗਿਆ ਬੰਦਾ ਇਲਾਜ ਲਈ ਵਾਪਸ ਘਰ ਆਊਗਾ ਜਾਂ ਨਹੀਂ ਆਊਗਾ। ਤਾਂ ਉਦੋਂ ਇਹਨਾਂ ਸਿਹਤ ਕਾਮਿਆਂ ਨੇ ਬੜੀ ਤਨਦੇਹੀ ਨਾਲ ਜਿਹੜਾ ਇਹ ਸੇਵਾ ਨਿਭਾਈ ਹੈਗੀ ਆ। ਤਾਂ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਜਿੱਥੇ ਇੰਨੇ ਇੰਪਲਾਈਜ਼ ਹੈਗੇ ਆ ਉੱਥੇ ਘਾਟ ਤਾਂ ਮੁਲਾਜ਼ਮਾਂ ਦੀ ਹਰੇਕ ਥਾਂ ਤੇ ਦਾਣੇ ਵਾਲੇ ਸਭ ਹੈ ਹੀ ਹੈ ਹਰੇਕ ਥਾਂ ਤੇ। ਕਿਉਂਕਿ ਜਿਹੜੀ ਭਰਤੀ ਹੈਗੀ ਆ ਪੰਜਾਬ ਸਰਕਾਰ ਦੀ ਉਹ ਮੈਨੂੰ ਨਹੀਂ ਲੱਗਦਾ ਵੀ ਪਿਛਲੇ 10-12 ਸਾਲਾਂ ਤੋਂ ਮਤਲਬ ਨਹੀਂ ਹੋਈ ਕਿਤੇ ਰੈਗੂਲਰ ਭਰਤੀ। ਤਾਂ ਮੈਂ ਸਮਝਦਾ ਹੈਗਾ ਵੀ ਘਾਟ ਜਿੱਥੇ ਹੈਗੀ ਆ ਤੇ ਉੱਥੇ ਇਹਨਾਂ ਕਾਮਿਆਂ ਨੂੰ ਵੀ ਕਿਤੇ ਨਾ ਕਿਤੇ ਅਡਜਸਟ ਜ਼ਰੂਰ ਕਰ ਲੈਣਾ ਚਾਹੀਦਾ ਹੈਗਾ। ਕਿਉਂਕਿ ਸਿਹਤ ਜਿਹੜਾ ਸਾਡਾ ਜਿਹੜਾ ਸਿਸਟਮ ਹੈਗਾ ਉਹ ਪਹਿਲਾਂ ਹੀ ਵੀਕ ਚੱਲ ਰਿਹਾ ਹੈਗਾ। ਤੇ ਜੇਕਰ ਇਹਨਾਂ ਦੇ ਜਿਹੜੇ ਤਜਰਬੇ ਹੋ ਗਏ ਹੈਗੇ ਨੇ, ਕਿਉਂਕਿ ਇਹਨਾਂ ਨੂੰ 1.5 ਸਾਲ ਹੋ ਗਿਆ ਹੁਣ ਕੰਮ ਕਰਦਿਆਂ ਨੂੰ, ਤੇ 1.5 ਸਾਲ ਦਾ ਤਜਰਬਾ ਥੋੜਾ ਨਹੀਂ ਹੁੰਦਾ ਗਾ। ਤਾਂ ਮੈਂ ਸਮਝਦਾ ਵੀ ਜਿਹੜਾ ਇਹਨਾਂ ਦਾ ਧਰਨਾ ਚੱਲ ਰਿਹਾ ਹੈਗਾ ਕਿਤੇ ਨਾ ਕਿਤੇ ਸਰਕਾਰ ਨੂੰ ਇਹਨਾਂ ਦੀ ਗੱਲ ਵੱਲ ਗੌਰ ਕਰਨ ਦੀ ਜਿਹੜੀ ਹੈਗੀ ਆ ਉਹ ਗੌਰ ਕਰ ਲੈਣੀ ਚਾਹੀਦੀ ਹੈ। ਬਿਲਕੁਲ ਜੀ, ਬੜੀਆਂ ਇਹ ਮੰਗਾਂ ਲੱਕੀ ਜੀ ਹੈਗੀਆਂ ਨੇ ਸਰਕਾਰ ਦੇ ਵਿੱਚ। ਦੇਖੋ ਸੁਵਿਧਾ ਸੈਂਟਰ ਵਾਲੇ ਵੀ ਮੰਗ ਕਰ ਰਹੇ ਵੀ ਸਾਨੂੰ ਵੀ ਪੱਕਾ ਕਰੋ, ਕਿਉਂਕਿ ਆਊਟਸੋਰਸਿੰਗ ਹਜੇ ਇੰਡੀਆ ਦੇ ਵਿੱਚ ਉਨੀ ਲੋਕਾਂ ਨੂੰ ਨਹੀਂ ਪਤਾ। ਉਹ ਸਮਝਦੇ ਕਿ ਸਰਕਾਰੀ ਮੁਲਾਜ਼ਮ ਹੀ ਆ ਵੀ ਸਾਨੂੰ ਅਸੀਂ ਕੱਚੇ ਆ, ਸਾਨੂੰ ਪੱਕਾ ਕੀਤਾ ਜਾਵੇ। ਬਿਲਕੁਲ ਬਿਲਕੁਲ ਜੀ ਬਿਲਕੁਲ। ਤੇ ਬਾਕੀ ਸਿਆਸੀ ਮਾਹੌਲ ਕਿਸ ਤਰ੍ਹਾਂ ਜੀ? ਬਾਰਿਸ਼ ਵਗੈਰਾ ਕਿਵੇਂ ਹੈ? ਬੜਾ ਪਰੇਸ਼ਾਨ ਕਰਤਾ, ਨਰਮੇ ਦਾ ਬੜਾ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਨੇ। ਨਰਮਾ ਤਾਂ ਜਿਹੜਾ ਨੁਕਸਾਨ ਜਿਹੜਾ ਫਸਲਾਂ ਦਾ ਤਾਂ ਹੋਣਾ ਹੀ ਹੋਣਾ ਜੀ। ਫਰੀਦਕੋਟ ਦੇ ਵਿੱਚ ਅੱਜ ਜਿਹੜੀ ਬਾਰਿਸ਼ ਪਈ ਹੈਗੀ ਆ, ਬਾਰਿਸ਼ ਸਾਰੀਆਂ ਥਾਵਾਂ ਤੇ ਸੀਗੀ ਲੇਕਿਨ ਬਾਰਿਸ਼ ਇੰਨੀ ਕੁ ਪਈ ਕਿ ਤਕਰੀਬਨ ਬੰਦੇ ਦਾ ਇਕੱਲਾ ਸਿਰ ਹੀ ਦਿਸਦਾ ਸੀਗਾ। ਤਸਵੀਰ ਤੁਹਾਨੂੰ ਦੇ ਚ ਦੇਖਿਆ ਜਾਵੇ ਤਾਂ ਇਕੱਲਾ ਬੰਦੇ ਡੁੱਬੇ ਅੱਜ ਫਰੀਦਕੋਟ ਦੇ ਵਿੱਚ ਨਜ਼ਰ ਆਏ, ਕਿਉਂਕਿ ਪਾਣੀ ਇੰਨਾ ਕੁ ਭਰ ਗਿਆ। ਔਰ ਲੋਕਾਂ ਦਾ ਕਹਿਣਾ ਇਹ ਸੀਗਾ ਵੀ ਸਾਰਾ ਵਿਕਾਸ ਹੈ ਜਿਹੜਾ ਉਹ ਐਂ ਲੱਗਦਾ ਹੈਗਾ ਵੀ ਪੰਜਾਬ ਦਾ ਸਾਰਾ ਵਿਕਾਸ ਫਰੀਦਕੋਟ ਦੇ ਵਿੱਚ ਹੀ ਆ ਕੇ ਖੜ ਗਿਆ ਹੈਗਾ। ਤਾਂ ਇਸ ਕਰਕੇ ਜਿਹੜੇ ਬਾਰਿਸ਼ ਦਾ ਪਾਣੀ ਹੈ ਉਹਨੇ ਸਾਰੇ ਸ਼ਹਿਰ ਨੂੰ ਡੁਬੋ ਰੱਖਿਆ ਹੈਗਾ। ਬਸ ਇੰਨੀ ਕੁ ਜਿਹੜਾ ਹੈਗਾ ਮਿਹਰ ਰਹੀ ਕਿ ਜਿਹੜਾ ਸ਼ਹਿਰ ਦਾ ਨੀਵੇਂ ਵਾਲਾ ਪਾਸਾ ਸੀਗਾ ਉਹ ਸਾਰਾ ਡੁੱਬਿਆ ਰਿਹਾ। ਤੇ ਜਿੱਥੇ ਮੇਲਾ ਅੱਜ ਚੱਲਿਆ ਹੈਗਾ
ਗੁਰਦੁਆਰਾ ਗੋਬਿੰਦ ਸਾਹਿਬ ਜੋ ਸ਼ਹਿਰ ਤੋਂ ਤਕਰੀਬਨ 2-2.5 ਕਿਲੋਮੀਟਰ ਬਾਹਰ ਹੈਗਾ, ਤਾਂ ਉਹ ਹਿੱਸਾ ਉੱਚਾ ਹੋਣ ਕਰਕੇ ਸੰਗਤ ਉੱਥੇ ਜ਼ਰੂਰ ਮੱਥਾ ਟੇਕ ਕੇ ਔਰ ਮੇਲੇ ਦਾ ਆਨੰਦ ਮਾਣਦੀ ਨਜ਼ਰ ਆਈ। ਲੇਕਿਨ ਵਿਕਾਸ ਦੀ ਜੇਕਰ ਗੱਲ ਕਰ ਲਈਏ ਤਾਂ ਫਰੀਦਕੋਟ ਦੀਆਂ ਅੱਜ ਜਿਹੜੀਆਂ ਤਸਵੀਰਾਂ ਸਾਹਮਣੇ ਵੇਖਣ ਨੂੰ ਮਿਲੀਆਂ ਤਾਂ ਬੜਾ ਹੀ ਮੰਦਭਾਗੀ ਜਿਹੜਾ ਸੀਨ ਸੀਗਾ ਇਹ ਵੀ। ਇੰਨਾ ਪੈਸਾ ਲੱਗਣ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਦਾਅਵਾ ਕਰ ਰਹੀ ਆ, ਮੌਜੂਦਾ ਐਮਐਲਏ, ਵੀ ਅਸੀਂ ਫਰੀਦਕੋਟ 'ਚ ਆਹ ਕਰਤਾ, ਲੇਕਿਨ ਜਿਸ ਤਰੀਕੇ ਨਾਲ ਅੱਜ ਫੇਰ ਪਾਣੀ ਇਕੱਠਾ ਹੋਇਆ ਹੈਗਾ ਔਰ ਪਾਣੀ ਨੇ ਜਿਹੜਾ ਲੋਕਾਂ ਦੇ ਘਰਾਂ 'ਚ ਵੜਿਆ, ਜੀਣਾ ਮੁਹਾਲ ਕੀਤਾ, ਗੱਡੀਆਂ ਬੰਦ ਹੋਈਆਂ, ਲੋਕਾਂ ਨੇ ਪੈਦਲ ਤੁਰਨਾ ਜਿਹੜਾ ਪਾਣੀ ਦੇ ਵਿੱਚ ਦੀ ਲੰਘਣ ਦਾ ਜਿਹੜਾ ਮਜਬੂਰ ਹੋਏ, ਤਾਂ ਮੈਂ ਸਮਝਦਾ ਹੈਗਾ ਕਿ ਇਹ ਵਿਕਾਸ ਦੀਆਂ ਕਿਤੇ ਵੀ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਹੈਗੀ ਔਰ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈਗੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਧੰਨਵਾਦ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਜੁੜੇ ਹੋਏ ਹੋ। ਅਕਾਲ ਟਰੱਕ ਐਂਡ ਟ੍ਰੇਲਰ ਜੋ ਆਪਣੇ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਵਿਖੇ ਹੈ ਜੀ, ਇੱਥੇ ਤੁਹਾਨੂੰ ਖੁੱਲੀ ਪਾਰਕਿੰਗ, ਕੁਇਕ ਟਰੱਕ ਲਿਊਬ, ਵਾਸ਼ ਦੇ ਨਾਲ DOT ਸੇਫਟੀ ਦੀ ਵੀ ਸਹੂਲਤ ਹੈ ਜੀ। ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 2044592000 'ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਅਤੇ ਡਰਾਈਵਰ ਲੋਕਲ ਸੈਟਲ ਦੇ ਲਈ ਹਾਇਰ ਕਰ ਰਹੀ ਹੈ, ਤੁਸੀਂ ਸੰਪਰਕ ਕਰ ਸਕਦੇ ਹੋ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਅਤੇ ਹੁਣ ਅੱਗੇ ਚੱਲਦੇ ਹਾਂ ਜੀ ਕਪੂਰਥਲਾ। ਮੇਰੇ ਨਾਲ ਕਪੂਰਥਲਾ ਤੋਂ ਜੁੜ ਗਏ ਨੇ ਚਰਨਜੀਤ ਜੀ। ਚਰਨਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ। ਚਰਨਜੀਤ ਜੀ, ਮੁੱਖ ਮੰਤਰੀ ਸਾਹਿਬ ਆਏ ਕਪੂਰਥਲਾ, ਬਿਲਕੁਲ ਜੀ। ਕੀ ਸਮਾਗਮ ਸੀਗਾ ਜੀ ਅੱਜ? ਉਹਨਾਂ ਨੇ ਆਪਦੀ ਕਲਾ ਦੇ ਜੌਹਰ ਵੀ ਦਿਖਾਏ ਫਿਰ। ਬਿਲਕੁਲ ਜੀ, ਅੱਜ ਜਿਹੜਾ ਵਾ ਪੰਜਾਬ ਦੇ ਜਿਹੜੇ ਨਵੇਂ ਬਣੇ ਮੁੱਖ ਮੰਤਰੀ ਦਾ ਪਹਿਲਾ ਸਮਾਗਮ ਜਿਹੜਾ ਦੁਆਬੇ ਦੀ ਧਰਤੀ ਦੇ ਉੱਤੇ ਹੋਇਆ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਇਸ ਦਾ ਪੂਰਾ ਸਮਾਗਮ ਰੱਖਿਆ ਗਿਆ ਰੁਜ਼ਗਾਰ ਮੇਲੇ ਸੰਬੰਧੀ, ਜਿੱਥੇ ਕਿ ਪੰਜਾਬ ਦੇ ਵਿੱਚ ਜਿੰਨਾ ਅੱਜ ਤੱਕ ਪ੍ਰਾਈਵੇਟ ਕੰਪਨੀਆਂ ਚਾਹੇ ਸਰਕਾਰੀ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਸੀਗੀਆਂ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਤੇ ਉੱਥੇ ਹੀ ਜਿਹੜਾ ਕਲਚਰ ਪ੍ਰੋਗਰਾਮ ਰੱਖਿਆ ਗਿਆ ਤੇ ਕਲਚਰ ਪ੍ਰੋਗਰਾਮ ਦੇ ਵਿੱਚ ਜਿਹੜਾ ਵਾ ਭੰਗੜਾ ਵੀ ਉਹਨਾਂ ਨੇ ਪਾਇਆ, ਆਪਣਾ ਇੰਜੋਏ ਵੀ ਫੁੱਲ ਕੀਤਾ। ਔਰ ਇੱਥੇ ਦੁਆਬੇ ਦੇ ਵਿੱਚ ਐਲਾਨ ਵੀ ਕਾਫੀ ਵੱਡੇ ਕੀਤੇ ਜੋ ਕਿ 550 ਸਾਲ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਤੇ ਵੀ ਉਹਨਾਂ ਦੀ ਸਪੈਸ਼ਲ, ਉਦੋਂ ਮਿਨਿਸਟਰ ਸੀਗੇ, ਕੈਬਨਿਟ ਮੰਤਰੀ ਸੀਗੇ, ਉਦੋਂ ਵੀ ਉਹਨਾਂ ਦੀ ਡਿਊਟੀ ਲੱਗੀ ਹੋਈ ਸੀਗੀ। ਤੇ ਉਸੇ ਸੰਬੰਧ ਵਿੱਚ ਕਪੂਰਥਲੇ ਦੇ ਵਿੱਚ ਇੱਕ ਮੈਡੀਕਲ ਕਾਲਜ ਆ ਜਿਹੜਾ ਉਹਦਾ ਵੀ ਜਲਦ ਤੋਂ ਜਲਦ ਨੀਂਹ ਪੱਥਰ ਰੱਖਿਆ ਜਾਊਗਾ। ਤਾਂ ਕਪੂਰਥਲੇ ਨੂੰ 10 ਕਰੋੜ ਦਾ ਐਲਾਨ ਕਰਕੇ ਗਿਆ ਔਰ 4 ਕਰੋੜ ਰੁਪਈਆ ਜਿਹੜਾ ਵਾ ਹਾਈ ਟੈਸ਼ਨ ਜਿਹੜੀਆਂ ਤਾਰਾਂ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਵੀ ਜਿਹੜਾ ਐਲਾਨ ਕੀਤਾ। ਔਰ ਸੁਲਤਾਨਪੁਰ ਲੋਧੀ ਵਿੱਚ ITI ਦਾ ਜਿਹੜਾ ਇੱਕ ਕਾਲਜ ਜਿਹੜਾ ਜੋ ਕੋਈ ਬਿਲਡਿੰਗ ਬਣੀ ਹੋਈ ਹੈ ਜੱਬੋਵਾਲ ਦੇ ਵਿੱਚ, ਉੱਥੇ ਜਿਹੜਾ ਵਾ ITI ਦਾ ਜਿਹੜਾ ਕਾਲਜ ਉਹ ਖੋਲਿਆ ਜਾਊਗਾ। ਔਰ ਭਲੱਥ ਦੇ ਵਿੱਚ ਜਿਹੜਾ ਦੁਆਬੇ ਦਾ ਭਲੱਥ ਹਲਕਾ ਵਾ ਉੱਥੇ ਵੀ ਉਹਨਾਂ ਨੇ ਕਹਿ ਦਿੱਤਾ ਕਿ ਜਲਦ ਤੋਂ ਜਲਦ ਜਿਹੜਾ ਵਾ ਅਸੀਂ 10 ਕਰੋੜ ਰੁਪਈਆ ਤੁਹਾਨੂੰ ਦਿੰਦੇ ਆ, ਅਸੀਂ ਜਿਹੜੀ ਆ ਥਾਣ ਤੁਹਾਡੇ ਮੂਹਰੇ ਸੈੱਟ ਦਿੱਤਾ ਵਾ, ਤੁਸੀਂ ਹੁਣ ਜਿੱਥੇ ਜਿੱਥੇ ਸੈਟਿੰਗ ਹੁੰਦੀ ਉੱਥੇ ਤੁਸੀਂ ਆਪਣੇ ਤਰੀਕੇ ਭਾਵੇਂ ਸੁੱਥਣ ਸੁਣਾ ਭਾਵੇਂ ਲਹਿੰਗਾ ਹੈ ਜੀ। ਹਾਂਜੀ, ਜੋ ਕਰਨਾ ਤੁਸੀਂ ਕੀਤਾ ਜਾਊਗਾ ਜਲਦੀ ਤੋਂ ਜਲਦੀ। ਔਰ ਜਿਹੜਾ ਭੀਮ ਰਾਓ ਅੰਬੇਦਕਰ ਦਾ ਨੀਂਹ ਪੱਥਰ ਵੀ ਰੱਖਿਆ 150 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਵਾ ਨੀਂਹ ਪੱਥਰ ਜਿਹੜਾ ਵਾ ਉਹ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅੰਦਰ ਜਿਹੜਾ ਵਾ ਉਹ ਇੱਕ ਬਹੁਤ ਜਿਹੜਾ ਕਿ ਜਲਦ ਤੋਂ ਜਲਦ ਜਿਹੜਾ ਤਿਆਰ ਹੋਣਾ ਸ਼ੁਰੂ ਹੋ ਜਾਏਗਾ, ਉਹਦਾ ਨੀਂਹ ਪੱਥਰ ਵੀ ਰੱਖਿਆ ਗਿਆ ਜੀ। ਤੇ ਮੀਂਹ ਕਣੀ ਦਾ ਕੀ ਹਾਲ ਹੈ ਜੀ? ਬਹੁਤ ਕਾਫੀ ਸਥਿਤੀ ਜਿਹੜੀ ਆ ਉਹ ਮਾੜੀ ਖਬਰਾਂ ਆ ਰਹੀਆਂ ਨੇ। ਬਿਲਕੁਲ ਜੀ, ਜਦੋਂ CM ਸਾਹਿਬ ਨੇ ਆਉਣਾ ਸੀਗਾ ਉਸ ਤੋਂ ਪਹਿਲਾਂ ਤਕਰੀਬਨ ਘੰਟਾ 1.5 ਘੰਟਾ CM ਸਾਹਿਬ ਇਸੇ ਕਰਕੇ ਲੇਟ ਹੋ ਗਏ ਕਿਉਂਕਿ ਬਾਰਿਸ਼ ਦੇ ਨਾਲ ਜਿਹੜਾ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਕੱਢ ਗਿਆ ਸੀਗਾ, ਪਾਣੀ ਮੌਕੇ ਤੇ ਕੱਢ ਵੀ ਰਹੇ ਸੀਗੇ। ਬਾਰਿਸ਼ ਦੇ ਨਾਲ ਜਿਹੜਾ ਪ੍ਰੋਗਰਾਮ ਇਸ ਕਰਕੇ ਕਿਉਂਕਿ ਕਾਲਜ ਦਾ ਜਿਹੜਾ ਇੱਕ ਐਡੀਟੋਰੀਅਮ, ਗੁਰੂ ਨਾਨਕ ਐਡੀਟੋਰੀਅਮ ਜਿਹੜਾ ਸੀਗਾ ਉਹਦੇ ਅੰਦਰ ਪ੍ਰੋਗਰਾਮ ਰੱਖਿਆ ਗਿਆ ਸੀਗਾ। ਇਸ ਕਰਕੇ ਜਿਹੜਾ ਪ੍ਰੋਗਰਾਮ ਦਾ ਜਿਹੜਾ ਰੰਗ 'ਚ ਭੰਗ ਨਹੀਂ ਪਿਆ, ਨਹੀਂ ਤੇ ਜੇਕਰ ਬਾਈ ਚਾਂਸ ਟੈਂਟ ਸਿਸਟਮ ਹੁੰਦਾ ਤਾਂ ਜ਼ਰੂਰ ਰੰਗ 'ਚ ਭੰਗ ਪੈ ਜਾਣਾ ਸੀਗਾ ਕਾਫੀ ਜ਼ਿਆਦਾ। ਤੇ ਬਾਕੀ ਬਾਰਿਸ਼ ਜਿਹੜੀ ਆ ਸਵੇਰ ਤੋਂ ਲਗਾਤਾਰ ਜਿਹੜੀ ਚੱਲ ਰਹੀ ਹੈ। ਜੀ। ਨੁਕਸਾਨ ਵਗੈਰਾ ਦੀ ਕੋਈ ਖਬਰ ਨਹੀਂ? ਬਿਲਕੁਲ ਜੀ, ਨੁਕਸਾਨ ਨਹੀਂ ਬਿਲਕੁਲ ਹੋਇਆ ਕੋਈ ਵੀ। ਚਲੋ ਗੁਰੂ ਮਹਾਰਾਜ ਮਿਹਰ ਕਰਨ ਪੈ ਰਹੀ ਰਾਤ ਦੀ ਜੀ। ਬਿਲਕੁਲ ਮਿਹਰ ਕਰਨ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਧੰਨਵਾਦ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਹੁਣ ਇਸ ਵਕਤ ਤੁਸੀਂ ਸਾਡੇ ਨਾਲ ਜੁੜੇ ਹੋਏ ਕੁਛ ਨਾਲ ਦੀ ਨਾਲ ਖਬਰਾਂ। ਪੰਜਾਬ ਦੇ ਚੀਫ ਸੈਕਟਰੀ ਅਨਿਰੁੱਧ ਤਿਵਾੜੀ ਨੇ ਆਪਣਾ ਅਹੁਦਾ ਸੰਭਾਲ ਲਿਆ ਜੀ, ਅਤੇ ਉਹਨਾਂ ਵੱਲੋਂ ਜਿਹੜਾ ਹੈ
ਇਹ ਅਹੁਦਾ ਅੱਜ ਸੰਭਾਲ ਲਿਆ, ਜਿਸ ਦੇ ਨਾਲ ਹੀ OP ਸੋਨੀ ਉਹਨਾਂ ਨੇ ਕਿਹਾ ਕਿ 4.5 ਸਾਲਾਂ 'ਚ ਸਾਡੀ ਸਰਕਾਰ ਨੇ 85% ਵਾਅਦੇ ਪੂਰੇ ਕੀਤੇ ਨੇ, ਜੋ ਰਹਿ ਗਏ ਕਹਿੰਦੇ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਕਰ ਦਿਆਂਗੇ। ਉਪ ਮੁੱਖ ਮੰਤਰੀ ਨੇ ਜੀ OP ਸੋਨੀ, ਉਹਨਾਂ ਦਾ ਇਹ ਬਿਆਨ ਆਇਆ। ਇਸ ਦੇ ਨਾਲ ਹੀ ਨਾਭਾ ਤੋਂ ਗੁਰਤੇਜ ਸਿੰਘ ਥੂਹੀ ਮੇਰੇ ਨਾਲ। ਗੁਰਤੇਜ ਜੀ ਸਤਿ ਸ਼੍ਰੀ ਅਕਾਲ। ਸਾਹਿਬ ਸਤਿ ਸ਼੍ਰੀ ਅਕਾਲ ਜੀ। ਗੁਰਤੇਜ ਜੀ, ਸਭ ਤੋਂ ਪਹਿਲਾਂ ਤਾਂ ਧਰਮਸੋਤ ਹੋਰਾਂ ਦਾ ਕਹਿੰਦੇ ਪੁਤਲਾ ਜਿਹੜਾ ਵਿਚਾਰਾ ਪਾਣੀ 'ਚ ਹੀ ਰੋੜ ਦਿੱਤਾ ਹੈ, ਕੀ ਗੱਲ ਜੀ? ਅੱਜ ਅਸਲ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਮੇਘਚੰਦ ਸ਼ੇਰਮਾਜਰਾ ਤੇ ਜਿਹੜੇ ਨਾਭੇ ਦੇ ਇੰਚਾਰਜ ਨੇ ਗੁਰਦੇਵ ਸਿੰਘ ਦੇਵਮਾਨ, ਪਾਰਟੀ ਦੇ ਬੁਲਾਰੇ, ਉਹਦੀ ਅਗਵਾਈ 'ਚ ਨਾਭੇ ਤੋਂ ਇਹਨਾਂ ਨੇ ਇਹ ਪ੍ਰੋਗਰਾਮ ਲਿਖਿਆ ਸੀ ਕਿ ਜਿਹੜਾ ਸਾਧੂ ਸਿੰਘ ਧਰਮਸੋਤ ਨੇ ਵਜ਼ੀਫਾ ਘੁਟਾਲਾ ਕੀਤਾ ਉਹਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਸੀ ਜੀ। ਉਸ ਤੋਂ ਬਾਅਦ ਵਰਕਰ ਜਦੋਂ ਇਕੱਠੇ ਹੋ ਗਏ, ਉਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਜੀ, ਤੇ ਮੀਂਹ ਪੈਣ ਦੇ ਬਾਵਜੂਦ ਇਹਨਾਂ ਨੇ ਫਿਰ ਲਗਾਤਾਰ ਪਹਿਲਾਂ ਉੱਥੇ ਪੁਤਲਾ ਸਾੜਿਆ। ਉਸ ਤੋਂ ਬਾਅਦ ਘੜੀਸਦੇ ਹੋਏ ਉਹ ਗਲੀਆਂ 'ਚ ਨਾਲਿਆਂ 'ਚ ਜਿਹੜਾ ਪਾਣੀ 'ਚ ਬਹਾਤਾ ਜੀ। ਤੇ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਵੀ ਜੇ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਵੀ ਮੈਂ ਇੱਕ ਆਮ ਆਦਮੀ ਆ, ਵੀ ਰਾਹੁਲ ਗਾਂਧੀ ਨੇ ਆਮ ਆਦਮੀ ਨੂੰ ਬਣਾਇਆ, ਤਾਂ ਜਿਹੜਾ ਇਹ ਵਜ਼ੀਫਾ ਦਾ ਘੁਟਾਲਾ ਕੀਤਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜੀ ਵੀ ਉਹਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾਵੇ, ਉਹ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਹ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਨਾਭੇ ਲੀਡਰਸ਼ਿਪ ਨੇ ਮੰਗ ਕੀਤੀ ਹੈ ਜੀ। ਤੇ ਵੱਡੇ ਪੱਧਰ ਤੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਨਾਭੇ ਦੇ ਵਿੱਚ ਜੀ। ਤੇ ਮੌਸਮ ਦੀ ਕੀ ਸਥਿਤੀ ਹੈ ਜੀ? ਮੌਸਮ ਜਿਹੜਾ ਬੜਾ ਚਿੰਤਾ ਦਾ ਵਿਸ਼ਾ ਬਣਾ ਹੋਇਆ ਹੈ ਅੱਜ, ਇਹ ਬੇਰੁੱਤਾ ਮੌਸਮ। ਨਾਭੇ ਦੇ ਵਿੱਚ ਅੱਜ ਲਗਾਤਾਰ 4 ਘੰਟੇ ਜਿਹੜੀ ਬਾਰਿਸ਼ ਹੋਈ ਹੈ ਜੀ, ਤੇ ਨਾਭੇ ਦੇ ਵਿੱਚ 2-2 ਫੁੱਟ ਪਾਣੀ ਖੜ ਗਿਆ। ਅੱਛਾ ਜੀ। ਮਤਲਬ ਅਸੀਂ ਵੀ ਜਦ ਉੱਥੇ ਕਵਰੇਜ ਕਰਨਗੇ, ਲਗਾਤਾਰ ਮੀਂਹ ਪਈ ਗਿਆ, ਬੜੀ ਮੁਸ਼ਕਲ ਨਾਲ ਨਿਕਲ ਕੇ ਆਏ ਆ। ਜਿੱਥੇ ਪਟਿਆਲਾ ਗੇਟ ਜਿਹੜਾ ਉਹਦਾ ਏਰੀਆ ਹੈ ਜੀ, ਉੱਥੇ ਕਦੇ ਵੀ ਪਾਣੀ ਨਹੀਂ ਦੇਖਿਆ। ਬੜਾ ਉੱਚਾ ਏਰੀਆ ਸੀ, ਬਹੁਤ ਉੱਚਾ ਏਰੀਆ। ਹਾਂਜੀ ਹਾਂ, ਫੁੱਟ ਪਾਣੀ ਉੱਥੇ ਵੀ ਜਿਹੜਾ ਹੈਗਾ ਸੜਕਾਂ ਤੇ GT ਰੋਡ ਤੇ ਵੀ ਫੁੱਟ ਪਾਣੀ ਸੀ ਜਿਹੜਾ ਉਹ ਨਜ਼ਰ ਆ ਰਿਹਾ ਸੀਗਾ ਜੀ। ਤੇ ਬਹੁਤ ਜਿਹੜੀ ਭਾਰੀ ਬਾਰਿਸ਼ ਦੇ ਨਾਲ ਨਾਭਾ ਜਿਹੜਾ ਜਲ ਥਲ ਹੋਇਆ ਸੀਗਾ ਜੀ। ਤੇ ਸੀਵਰੇਜ ਦੀ ਜਿਹੜੀ ਹੈ ਇਹ ਧਰਮਸੋਤ ਦੀ ਬਹੁਤ ਨਿੰਦਾ ਵੀ ਹੋਈ ਹੈ ਕਿ ਜਿਹੜਾ ਉਹਦਾ ਨਗਰ ਕੌਂਸਲ ਪ੍ਰਧਾਨ ਹੈ ਰਜੇਸ਼ ਮਿੱਤਲ ਸ਼ੈਂਟੀ, ਉਹਨੇ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਨਾਭੇ ਦੇ ਵਿੱਚ ਜੀ। ਇਹ ਵੀ ਖਬਰਾਂ ਜਿਹੜੀਆਂ ਚੱਲੀਆਂ ਸੀਗੀਆਂ ਵੀ 2 ਕਰੋੜ ਰੁਪਏ ਕਰਪਸ਼ਨ ਦੇ ਕੇ ਉਹ ਸਾਧੂ ਸਿੰਘ ਧਰਮਸੋਤ ਨੂੰ ਸਭ ਤੋਂ ਮਹਿੰਗੀ ਜਿਹੜੀ ਸੀਟ ਹੈ ਉਹ ਨਾਭੇ ਦੀ ਉਹਨੇ 2 ਕਰੋੜ ਰੁਪਇਆ ਦੇ ਕੇ ਵੀ ਨਗਰ ਕੌਂਸਲ ਦੀ ਪ੍ਰਧਾਨਗੀ ਹਾਸਲ ਕੀਤੀ ਸੀ। ਉਹ ਕਿਹਨੇ ਇਲਜ਼ਾਮਤ ਲਾਏ ਨੇ ਜੀ? ਇਹ ਲਾਏ ਆਮ ਆਦਮੀ ਪਾਰਟੀ ਨੇ, ਪਰ ਉਸ ਟਾਈਮ ਵੀ ਇਹ ਖਬਰਾਂ ਜਿਹੜੀਆਂ ਨੇ ਅਖਬਾਰਾਂ 'ਚ ਛਪੀਆਂ ਸੀਗੀਆਂ ਜੀ ਵੀ ਸਭ ਤੋਂ ਮਹਿੰਗੀ ਜਿਹੜੀ ਪ੍ਰਧਾਨਗੀ ਹੈ ਉਹ ਨਾਭੇ ਦੀ ਵਿਕੀ ਹੈ। ਨਾਭੇ 'ਚ 2 ਕਰੋੜ ਲਾ ਕੇ ਜਿਹੜਾ ਰਜਨੀਸ਼ ਮਿੱਤਲ ਸੈਂਟੀ ਆ ਉਹ ਪ੍ਰਧਾਨ ਬਣਿਆ ਜੀ। ਤੇ ਜਿਹੜੀਆਂ ਸੀਵਰੇਜ ਦੀਆਂ ਪਾਈਪਾਂ ਨੇ ਉਹ ਬੜੀਆਂ ਕੋਈ ਮਤਲਬ ਫੁੱਟ ਦੀਆਂ, ਮਤਲਬ ਜਿਹੜੇ ਉੱਥੇ ਵੀ ਬਹੁਤ ਵੱਡੇ ਪੱਧਰ ਤੇ ਕਰਪਸ਼ਨ ਹੋਈ ਹੈ। ਪਾਈਪ ਪਾਏ ਵੀ ਨੇ ਜਿੰਨੇ ਕੋ ਬਹੁਤ ਘੱਟ ਚੌੜੀਆਂ ਨੇ, ਹਲਕੀਆਂ ਪਾਈਪਾਂ ਪਾਈਆਂ ਨੇ, ਤੇ ਮੀਂਹ ਦੇ ਨਾਲ ਉਹ ਸਾਰਾ ਸਿਸਟਮ ਹੈ ਜਿਹੜਾ ਉਹ ਸਾਰੀ ਕਿਤੇ ਪੱਟਿਆ ਪਿਆ। ਪਾਈਪਾਂ ਨੇ ਜਿਹੜੀਆਂ ਉਹ ਘੱਟ ਚੌੜੀਆਂ ਪਾਈਆਂ ਨੇ, ਮਤਲਬ ਉਹਦੇ ਕਰਕੇ ਇਹ ਕਰਪਸ਼ਨ ਦੇ ਕਰਕੇ ਬੜਾ ਜਿਹੜਾ ਨਾਭੇ ਦੇ ਵਿੱਚ ਇਹ ਦੋਸ਼ ਜਿਹੜੇ ਧਰਮਸੋਤ ਤੇ ਵੀ ਲੱਗੇ ਨੇ ਔਰ ਨਗਰ ਕੌਂਸਲ ਦੇ ਪ੍ਰਧਾਨ ਤੇ ਵੀ ਜੀ। ਮਤਲਬ ਲਗਾਤਾਰ ਜਿਹੜੇ ਵਿਰੋਧੀ ਧਿਰਾਂ ਨੇ ਉਹ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਜੀ। ਸ਼ੁਕਰੀਆ ਜੀ, ਮਿਹਰਬਾਨੀ ਤੁਹਾਡੀ, ਮਿਹਰਬਾਨੀ। ਤੇ ਹੁਣ ਚੱਲਦੇ ਹਾਂ ਮੋਗੇ ਦਾ ਰੁਖ ਕਰਦੇ ਹਾਂ। ਮੇਰੇ ਨਾਲ ਜੁੜ ਗਏ ਨੇ ਸੂਰਜ ਮਿੱਤਲ ਜੀ। ਸੂਰਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੂਰਜ ਜੀ, ਇਹ ਸਭ ਤੋਂ ਵੱਡੀ ਖਬਰ ਤਾਂ ਆਪਾਂ ਡਿਸਕਸ ਇਹ ਵੀ ਕਰ ਲਈਏ ਕਿ ਸਿਆਸੀ ਮਾਹੌਲ ਦੇ ਵਿੱਚ ਜਿਵੇਂ ਅਕਾਲੀ ਦਲ ਕਹਿੰਦਾ ਸੀਗਾ ਕਿ ਇੱਕ ਪਰਿਵਾਰ ਦੇ ਵਿੱਚ 2 ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ, ਤੁਹਾਡੇ ਇੱਥੇ ਇੱਕ ਪਰਿਵਾਰ ਦੇ ਵਿੱਚ 2 ਟਿਕਟਾਂ ਦੀ ਐਲਾਨ ਮੇਰੇ ਖਿਆਲ ਤੋਤਾ ਸਿੰਘ ਦਾ ਤੇ ਉਹਨਾਂ ਦੇ ਬੇਟੇ ਮੱਖਣ ਸਿੰਘ ਦਾ ਕਰ ਦਿੱਤਾ ਗਿਆ। ਤੇ ਉਹਨਾਂ ਵੱਲੋਂ ਕੀ ਗਤੀਵਿਧੀਆਂ ਜਿਹੜੀਆਂ ਨੇ ਚਾਲੂ ਕੀਤੀਆਂ ਗਈਆਂ ਨੇ ਤੇ ਕੀ ਮਾਹੌਲ ਹੈ ਸਿਆਸਤ ਦੇ ਪੱਖੋਂ ਦੇਖੀਏ ਤਾਂ? ਦੇਖੋ, ਐਲਾਨ ਤਾਂ ਭਾਵੇਂ ਹੁਣ ਕੀਤਾ ਗਿਆ ਵਾ, ਪਰ ਸਰਗਰਮੀਆਂ ਜਿਹੜੀਆਂ ਹੈਗੀਆਂ ਵਾ ਕਾਫੀ ਪਹਿਲਾਂ ਤੋਂ ਦੋਨਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ। ਹੁਣ ਗੱਲ ਕਰ ਲਈ ਆਪਾਂ ਹਲਕਾ ਧਰਮਕੋਟ ਦੀ ਜਾਂ ਗੱਲ ਕਰ ਲਈਏ ਹਲਕਾ ਮੋਗਾ ਦੀ। ਹਲਕਾ ਮੋਗਾ ਤੋਂ ਜਿਹੜੇ ਜਥੇਦਾਰ ਤੋਤਾ ਸਿੰਘ ਜੀ ਆ, ਉਹਨਾਂ ਦੇ ਪੁੱਤਰ ਬਰਜਿੰਦਰ ਸਿੰਘ ਬਰਾੜ ਜਿਹੜੇ ਹੈਗੇ ਆ ਉਹ ਦਾਅਵੇਦਾਰੀ ਪੇਸ਼ ਆਫਦੀ ਕਰਦੇ ਸੀਗੇ ਔਰ ਜਿਹੜਾ ਹੈ ਆਫਿਸ਼ਲੀ ਐਲਾਨ ਵੀ ਕਰ ਦਿੱਤਾ ਗਿਆ। ਬਰਜਿੰਦਰ ਸਿੰਘ ਬਰਾੜ ਨੂੰ ਜਿਹੜੀ ਮੋਗਾ ਦੀ ਸੀਟ ਤੋਂ ਐਲਾਨਣ ਦਾ ਐਲਾਨ ਵੀ ਕਰ ਦਿੱਤਾ ਗਿਆ, ਪਰ ਉਹਨਾਂ ਨੇ ਆਪਦੇ ਗਤੀਵਿਧੀਆਂ ਅੱਜ ਤੋਂ 1.5-2 ਮਹੀਨੇ ਪਹਿਲਾਂ ਹੀ ਜਿਹੜੀਆਂ
ਲੋਕਾਂ 'ਚ ਵਿਚਰਨਾ, ਦੁੱਖ ਸੁੱਖ 'ਚ ਜਾਣਾ, ਕਿਤੇ ਹੋਰ ਆਣਾ ਮਿਲਣਾ ਸ਼ੁਰੂ ਕਰ ਦਿੱਤਾ ਸੀਗਾ। ਔਰ ਇਸੇ ਤਰ੍ਹਾਂ ਹੀ ਹਲਕਾ ਧਰਮਕੋਟ ਦੇ ਵਿੱਚ ਜਿਹੜਾ ਜਥੇਦਾਰ ਤੋਤਾ ਸਿੰਘ ਦੀ ਬੜੀ ਵੱਖਰੀ ਇੱਕ ਪਹਿਚਾਣ ਹੈਗੀ ਆ, ਉਹਨਾਂ ਵੱਲੋਂ ਵੀ ਜਿਹੜਾ ਹੈਗਾ ਵਾ ਆਪਦੀ ਗਤੀਵਿਧੀਆਂ ਸ਼ੁਰੂ ਕੀਤੀਆਂ ਹੋਈਆਂ ਸੀਗੀਆਂ। ਔਰ ਜਿਹੜੀ ਗੱਲ ਕੀਤੀ ਗਈ ਹੈਗੀ ਆ ਵੀ ਇੱਕੋ ਪਰਿਵਾਰ ਦੇ ਵਿੱਚ 2 ਸੀਟਾਂ ਨਹੀਂ ਮਿਲੂਗੀਆਂ, ਪਰ ਇੱਥੇ ਜਿਹੜਾ ਅਕਾਲੀ ਦਲ ਵੱਲੋਂ ਇੱਕੋ ਪਰਿਵਾਰ ਦੀ ਝੋਲੀ ਦੇ ਵਿੱਚ ਹੀ 2 ਸੀਟਾਂ ਪਾਈਆਂ ਗਈਆਂ। ਔਰ ਹੁਣ ਇਹ ਜਿਹੜਾ ਹੈਗਾ ਵਾ, ਕਿਉਂਕਿ ਅਕਾਲੀ ਦਲ ਦੇ ਕੋਲ ਕੋਈ ਏਡਾ ਹਜੇ ਸੋਲਿਡ ਚਿਹਰਾ ਜਿਹੜਾ ਹੈਗਾ ਵਾ, ਹਲਕਾ ਧਰਮਕੋਟ ਤੋਂ ਗੱਲ ਕਰੀਏ ਜਾਂ ਮੋਗਾ ਤੋਂ ਗੱਲ ਕਰੀਏ, ਉਹਨਾਂ ਕੋਲ ਨਹੀਂ ਹੈਗਾ। ਕਿਉਂਕਿ ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ ਹੀ ਜਿਹੜੇ ਹੈਗੇ ਆ ਸਟਰੋਂਗ ਕੈਂਡੀਡੇਟ ਅਕਾਲੀ ਦਲ ਦੇ ਹੈਗੇ ਆ। ਜਿਹੜੇ ਦੂਸਰਾ ਹੋਰ ਕੋਈ ਕੈਂਡੀਡੇਟ ਇੰਨਾ ਸਟਰੋਂਗ ਨਹੀਂ ਹੈਗਾ ਜਿਹੜਾ ਦੂਜਾ ਕਾਂਗਰਸ ਦਾ ਜਾਂ ਕਿਸੇ ਹੋਰ ਪਾਰਟੀ ਦਾ ਕੋਈ ਕੈਂਡੀਡੇਟ ਖੜਦਾ ਕਿਸੇ ਨਾਲ ਵੀ ਕੋਈ ਮੁਕਾਬਲਾ ਕਰ ਸਕੇ। ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਅਕਾਲੀ ਦਲ ਵੱਲੋਂ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਜਥੇਦਾਰ ਤੋਤਾ ਸਿੰਘ ਨੇ ਕੰਮ ਨਹੀਂ ਕਰਵਾਏ। ਹਾਲੇ ਵੀ ਲੋਕਾਂ ਦਾ, ਕਿਉਂਕਿ ਪਾਰਟੀਆਂ ਜਦੋਂ 2 ਹੋਣ 3 ਹੋਣ 4 ਹੋਣ, ਹਰ ਇੱਕ ਪਾਰਟੀ ਨੇ ਆਪਦੀ ਜਿਹੜੀ ਹੈਗੀ ਗੁਣਵੰਤਾ ਗਿਣਾਣੀ ਵੀ ਆ ਔਰ ਆਰੋਪ ਵੀ ਇੱਕ ਦੂਜੇ ਤੇ ਲਾਣੇ ਹੈਗੇ ਆ। ਪਰ ਇਹ ਸਾਰੇ ਚੰਗੀ ਭਲੀ ਜਾਣਦੇ ਹੈਗੇ ਆ ਵੀ ਜਥੇਦਾਰ ਤੋਤਾ ਸਿੰਘ ਵੱਲੋਂ ਕੰਮ ਤਾਂ ਜ਼ਰੂਰ ਕਰਵਾਏ ਗਏ ਹੈਗੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਗਾ। ਭਾਵੇਂ ਉਹ ਸੱਤਾ ਵਿੱਚ ਹੁਣ ਦੁਆਰ ਤੋਂ ਨਹੀਂ ਆ ਸਕੇ, ਕਿਸ ਕਾਰਨਾਂ ਵਿੱਚੋਂ ਨਹੀਂ ਆ ਸਕੇ, ਇਹ ਕੋਈ ਹਜੇ ਸਾਹਮਣੇ ਨਹੀਂ ਹੈਗਾ, ਪਰ ਕੰਮ ਜਿਹੜੇ ਹੈਗੇ ਜ਼ਰੂਰ ਕਰਵਾਏ ਗਏ ਸੀਗੇ। ਉਹਨੇ ਕੰਮ ਜਿਹੜਾ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਇੱਥੇ ਨਹੀਂ ਹੋਏ। 4.5 ਸਾਲ ਦਾ ਸਮਾਂ ਹੋ ਚੁੱਕਾ ਹੈ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਨੂੰ। ਔਰ ਸਾਡੇ ਜ਼ਿਲ੍ਹਾ ਮੋਗਾ ਦੀ ਗੱਲ ਕਰ ਲਈਏ ਤੇ ਕੋਈ ਬਹੁਤਾ ਜਿਹੜਾ ਹੈਗਾ ਵਾ ਇੱਥੇ ਰੰਗ ਕਾਂਗਰਸ ਨਹੀਂ ਲਿਆ ਸਕੀ ਜੀ। ਔਰ ਇਸੇ ਕਰਕੇ ਜਿਹੜਾ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਵਾ ਮਜ਼ਬੂਤ ਕੈਂਡੀਡੇਟ ਇਹਨਾਂ ਨੂੰ ਇਹੀ ਦੋਨੇ ਇੱਥੋਂ ਵਿਖਾਈ ਦੇ ਰਹੇ ਹੈਗੇ ਆ। ਹਾਲਾਂਕਿ ਦੂਜੇ ਜਿਹੜੇ ਹਲਕਾ ਨਿਹਾਲ ਸਿੰਘ ਵਾਲਾ ਜਾਂ ਹਲਕਾ ਬਾਘਾ ਪੁਰਾਣਾ ਦੀ ਗੱਲ ਕਰੀਏ, ਉੱਥੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ 2-3 ਕੈਂਡੀਡੇਟ ਇਹਨਾਂ ਦੇ ਜ਼ਰੂਰ ਹੈਗੇ ਆ ਵੀ ਜਿਹੜੇ ਆਮ ਚਿਹਰੇ ਇੱਕ ਦੂਜੇ ਨੂੰ ਕਹਿੰਦੇ ਹੈਗੇ ਵੀ ਸਾਨੂੰ ਸੀਟ ਮਿਲੂਗੀ, ਸਾਨੂੰ ਇੱਥੋਂ ਟਿਕਟ ਮਿਲੇਗੀ। ਉਹ ਹਜੇ ਸਥਿਤੀ ਜਿਹੜੀ ਸਾਫ਼ ਨਹੀਂ ਹੋਏਗੀ। ਪਰ 2 ਹਲਕਿਆਂ ਦੇ ਵਿੱਚ ਤਾਂ ਇਹਨਾਂ ਦੀ ਸਥਿਤੀ ਲੋਕਾਂ ਦੇ ਮਨਾਂ 'ਚ ਵੀ ਪਹਿਲਾਂ ਤੋਂ ਹੀ ਸਾਫ਼ ਸੀ। ਅੱਛਾ ਜੀ, ਇਹਨਾਂ ਨੂੰ ਹੀ ਜਿਹੜੀ ਹੈਗੀ ਆ ਅਕਾਲੀ ਦਲ ਤੋਂ ਇੱਥੋਂ ਟਿਕਟ ਮਿਲ ਸਕਦੀ ਹੈ। ਕਿਉਂਕਿ ਜਦੋਂ ਇਲੈਕਸ਼ਨ 2 ਆਪਣੇ ਹੋਏ ਸੀਗੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ, ਜਦੋਂ ਇਹ ਹਾਰੇ ਸੀਗੇ 2017 ਦੀ ਗੱਲ ਕਰੀਏ, ਤੇ ਉਦੋਂ ਜਿਹੜਾ ਹੈਗਾ ਵਾ ਉਸ ਤੋਂ ਬਾਅਦ ਹੀ ਇਹ ਭਾਵੇਂ ਕੁਝ ਟਾਈਮ ਬਾਅਦ ਲੋਕਾਂ 'ਚ ਵਿਚਰਨਾ ਵੀ ਸ਼ੁਰੂ ਹੋ ਗਏ ਸੀਗੇ। ਉਦੋਂ ਤੋਂ ਹੀ ਲੱਗਦਾ ਹੈਗਾ ਵੀ ਹੁਣ ਜਿਹੜੇ 2022 'ਚ ਚੋਣਾਂ ਹੋਊਗੀਆਂ, ਹਲਕਾ ਮੋਗਾ ਤੋਂ ਬਰਜਿੰਦਰ ਸਿੰਘ ਬਰਾੜ ਤੇ ਹਲਕਾ ਧਰਮਕੋਟ ਤੋਂ ਜਿਹੜਾ ਜਥੇਦਾਰ ਤੋਤਾ ਸਿੰਘ ਚੋਣ ਲੜਨਗੇ। ਔਰ ਉਹੀ ਜਿਹੜੀ ਸਥਿਤੀ ਬਿਲਕੁਲ ਹੁਣ ਸਾਫ਼ ਹੋ ਚੁੱਕੀ ਹੈ। ਦੋਨੇ ਜਾਣੇ ਜਿਹੜੇ ਹੈਗੇ ਆ ਆਪਦੀ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ, ਲੋਕਾਂ 'ਚ ਵਿਚਰਨਾ, ਪਿੰਡਾਂ ਵਿੱਚ ਜਾਣਾ, ਆਵਾਜਾਈ ਸਾਰੀ ਸ਼ੁਰੂ ਹੈਗੀ ਹੈ। ਹਾਲਾਂਕਿ ਇੱਕ ਦੂਜੇ ਪਾਰਟੀਆਂ ਵੱਲੋਂ ਆਰੋਪ ਪ੍ਰਤੋਪ ਤਾਂ ਲਗਾਏ ਜਾ ਰਹੇ ਹੈਗੇ ਆ, ਪਰ ਇਹਨਾਂ ਵੱਲੋਂ ਆਪਦੀ ਪਕੜ ਮਜ਼ਬੂਤ ਦੱਸੀ ਜਾ ਰਹੀ ਹੈਗੀ ਹੈ। ਸੋ ਇੱਕੋ ਜਿਹੜਾ ਹੈਗਾ ਪਰਿਵਾਰ ਨੂੰ 2 ਸੀਟਾਂ ਜਿਹੜੀਆਂ ਮਿਲੀਆਂ ਹੈਗੀਆਂ ਔਰ ਇੱਥੋਂ ਚੋਣ ਲੜ ਰਹੇ ਆ। ਤੇ ਮੌਸਮ ਦੀ ਕੀ ਸਥਿਤੀ ਹੈ ਜੀ? ਮੌਸਮ ਨੇ ਬੜਾ ਮੌਸਮ ਤਾਂ ਦੇਖੋ ਜੀ, ਹੁਣ ਤਾਂ ਜਿਹੜਾ ਪ੍ਰਮਾਤਮਾ ਮਿਹਰ ਕਰੇ ਤਾਂ ਉਹੀ ਠੀਕ ਹੈਗਾ ਵਾ। ਅੱਜ ਵੀ ਜਿਹੜਾ ਮੌਸਮ ਸਵੇਰੇ ਕਾਫੀ ਰਾਤ ਨੂੰ ਜਦੋਂ ਖਰਾਬ ਸੀਗਾ, ਪਰ ਸਵੇਰੇ ਤਾਂ ਹੁਣ ਕਾਫੀ ਮੀਂਹ ਪਿਆ ਹੈਗਾ ਵਾ। ਪਹਿਲੇ ਦਿਨਾਂ ਵਾਂਗੂ ਜਿਹੜਾ ਹੈਗਾ ਵਾ ਮੀਂਹ ਕਾਫੀ ਪਿਆ, ਪਾਣੀ ਵੀ ਸੜਕਾਂ ਤੇ ਪੂਰਾ ਉਸੇ ਤਰ੍ਹਾਂ ਖੜਾ ਹੋ ਗਿਆ। ਪਰ ਜਿਹੜਾ ਹੈਗਾ ਵਾ ਫਸਲਾਂ ਨੂੰ ਹੁਣ ਕਾਂ ਜਿਵੇਂ ਜੇ ਮੀਂਹ ਨਾ ਪਵੇ ਤਾਂ ਚੰਗੀ ਗੱਲ, ਜੇ ਮੀਂਹ ਪੈਂਦਾ ਹੈਗਾ ਵਾ ਤੇ ਫਸਲਾਂ ਨੂੰ ਇਹਦਾ ਨੁਕਸਾਨ ਹੋ ਸਕਦਾ। ਹੁਣ ਤਾਂ ਕਿਸਾਨ ਵੀ ਇਹੀ ਕਹਿੰਦੇ ਹੈਗੇ ਆ ਵੀ ਹੁਣ ਮੀਂਹ ਨਾ ਪਵੇ, ਕਿਉਂਕਿ ਅਗਲੇ ਮਹੀਨੇ ਤੋਂ ਜਿਹੜੀ ਹੈਗੀ ਹੈ ਫਸਲ ਦੀ ਜਿਹੜੀ ਹੈਗੀ ਹੈ ਕਟਾਈ ਅਕਤੂਬਰ ਦੇ ਪਹਿਲੇ ਹਫਤੇ ਤੋਂ ਜਿਹੜੀ ਹੈਗੀ ਹੈ ਸ਼ੁਰੂ ਹੋ ਜਾਣੀ ਹੈ। ਔਰ ਅੱਜ ਜਿਹੜੀ ਹੈਗੀ ਹੈ 23 ਤਰੀਕ ਹੋ ਚੁੱਕੀ ਹੈ ਔਰ ਸਾਰਾ 15 ਦਿਨ ਜਾਂ 20 ਦਿਨ ਜਿਹੜੇ ਹੈਗੇ ਰਹਿ ਗਏ ਆ ਜਦੋਂ ਤੋਂ ਜਿਹੜੀ ਹੈਗੀ ਹੈ ਝੋਨੇ ਦੀ ਕਟਾਈ ਸ਼ੁਰੂ ਹੋਣ ਦੇ ਵਿੱਚ। ਇਸ ਕਰਕੇ ਹੁਣ ਇਹ ਹੈ ਵੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਸਾਰੇ ਜਾਣੇ ਕਰਦੇ ਵੀ ਮੀਂਹ ਨਾ ਪਵੇ, ਪਰ ਪ੍ਰਮਾਤਮਾ ਨੇ ਜੋ ਕਰਨਾ ਉਹੀ ਕਰਨਾ, ਉਹਦੇ ਮੂਹਰੇ ਕਿਸੇ ਦਾ ਜ਼ੋਰ ਨਹੀਂ। ਚੰਗਾ ਵੀ ਤੇ ਮਾੜਾ ਵੀ ਜੋ ਉਹਦੇ ਹੱਥ 'ਚ ਹੈ, ਇਸ ਕਰਕੇ ਉਹੀ ਹੋਣਾ ਹੈ। ਪਰ ਲੋਕਾਂ ਦੀ ਇੱਕ ਫਰਿਆਦ ਜ਼ਰੂਰ ਹੈਗੀ ਹੈ ਵੀ ਬਾਰਿਸ਼ ਨਾ ਹੋਵੇ। ਸੋ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ ਜੀ। ਸੋ ਰੇਡੀਓ ਪੰਜਾਬ ਟੂਡੇ ਦਾ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਚਾਹੁੰਦਾ ਜੀ। ਸੋ ਫਿਰ ਮੁਲਾਕਾਤ ਹੋਏਗੀ ਕੱਲ੍ਹ ਨੂੰ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਪ੍ਰੋਗਰਾਮ ਗੀਤ ਬਹਾਰ ਇਸ ਤੋਂ ਬਾਅਦ ਤੁਹਾਨੂੰ ਸੁਣਾਓ। ਸ਼ਮਾਦਾਨ।